ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਧ ਸੰਗਤ ਜੀ, ਧੰਨ ਧੰਨ ਬਾਬਾ ਬਰਿਆਮ ਸਿੰਘ ਜੀ ਰਤਵਾੜਾ ਸਾਹਿਬ ਵਾਲੇ ਸਮਝਾਉਂਦੇ ਹਨ ਕਿ ਕਿਸ ਤਰ੍ਹਾਂ ਅਸੀਂ ਮਨੁੱਖਾ ਜਨਮ ਲੈਂਦੇ ਹਾਂ ਤੇ ਉਸ ਤੋਂ ਬਾਅਦ ਅਗਰ ਅਸੀਂ ਪਰਮਾਤਮਾ ਦੇ ਵੱਲ ਨੂੰ ਤੁਰਨਾ ਹੈ ਤਾਂ ਕਿਸ ਤਰ੍ਹਾਂ ਜਾਇਆ ਜਾ ਸਕਦਾ ਹੈ। ਉਹ ਦੱਸਦੇ ਨੇ ਕਿ ਸਾਡਾ ਜਨਮ ਹੁੰਦਾ ਹੈ ਜਦੋਂ ਅਸੀਂ ਮਨੁੱਖਾ ਜਨਮ ਲੈਂਦੇ ਹਾਂ। ਛੋਟੇ ਛੋਟੇ ਪੁੰਨ ਨੇ, ਜਿਸ ਤਰ੍ਹਾਂ ਪਸ਼ੂਆਂ ਨੂੰ ਨਮਕ ਜਾਂ ਪੱਠੇ ਪਾ ਦੇਣੇ, ਪੰਛੀਆਂ ਨੂੰ ਪਾਣੀ ਪਿਲਾ ਦੇਣਾ, ਕੀੜੀਆਂ ਨੂੰ ਤਰਚੋਲੀ ਪਾ ਦਿੰਦੇ ਹਾਂ ਅਸੀਂ। ਇਹ ਸਾਰਾ ਕੁਝ ਹੈ ਜੋ ਇਹ ਛੋਟੇ ਛੋਟੇ ਕਰਮ ਨੇ, ਸਾਡੇ ਚੰਗੇ ਕਰਮ ਨੇ। ਅਸੀਂ ਕਿਸੇ ਤੇ ਦਇਆ ਕਰਦੇ ਹਾਂ, ਇਹ ਸਾਡਾ ਕਰਮ ਚੰਗੇ ਕਰਮ ਵਿੱਚ ਜੁੜਿਆ ਜਾਂਦਾ ਹੈ। ਇਸ ਦਾ ਫਲ ਕੀ ਹੁੰਦਾ ਹੈ ਕਿ ਸਾਨੂੰ ਫਿਰ ਤੋਂ ਦੁਬਾਰਾ ਮਨੁੱਖਾ ਜਨਮ ਮਿਲ ਜਾਂਦਾ ਹੈ। ਇਸ ਨਾਲ ਕੀ ਹੁੰਦਾ ਹੈ ਕਿ ਅਸੀਂ ਜੋ ਜਨਮ ਮਰਨ ਦੇ 84 ਲੱਖ ਦੇ ਗੇੜ ਤੋਂ ਬਚ ਜਾਂਦੇ ਹਾਂ। ਜਦੋਂ ਸਾਡਾ ਮਨੁੱਖਾ ਜਨਮ ਦੁਬਾਰਾ ਹੁੰਦਾ ਹੈ ਤਾਂ ਜੋ ਸਾਡੇ ਪਿਛਲੇ ਕਰਮ ਜੁੜੇ ਹੋਏ ਹਨ, ਸਾਡੇ ਚੰਗੇ ਕਰਮ ਜੁੜੇ ਹੋਏ ਹਨ, ਉਸ ਨਾਲ ਅਗਲੇ ਜਨਮ ਵਿੱਚ ਅਸੀਂ ਥੋੜਾ ਹੋਰ ਕਰਦੇ ਹਾਂ। ਅਸੀਂ ਲੰਗਰ ਲਾਉਂਦੇ ਹਾਂ, ਭੁੱਖਿਆਂ ਨੂੰ ਪ੍ਰਸ਼ਾਦਾ ਛਕਾਉਂਦੇ ਹਾਂ, ਦਾਨ ਪੁੰਨ ਕਰਦੇ ਹਾਂ, ਕਿਸੇ ਨੂੰ ਬਸਤਰ ਦੇ ਦਿੱਤੇ, ਕਿਸੇ ਨੂੰ ਹੋਰ ਚੀਜ਼ ਦੇ ਦਿੱਤੀ, ਇਸ ਤਰ੍ਹਾਂ ਦਾਨ ਪੁੰਨ ਕਰਦੇ ਹਾਂ। ਇਸ ਤਰ੍ਹਾਂ ਕਰਦੇ ਕਰਦੇ ਸਾਡਾ ਇਹ ਵੀ ਜਨਮ ਗੁਜ਼ਰ ਜਾਂਦਾ ਹੈ। ਇਸ ਤਰ੍ਹਾਂ ਸਾਨੂੰ ਅਗਲਾ ਜਨਮ ਜੋ ਤੀਸਰਾ ਮਨੁੱਖਾ ਜਨਮ ਮਿਲਦਾ ਹੈ, ਉਸ ਵਿੱਚ ਸਾਨੂੰ ਅੰਦਰੋਂ ਹੀ ਦਿਲ ਤੋਂ ਪਰਮਾਤਮਾ ਦਾ, ਰੱਬ ਦੇ ਪਿਆਰਿਆਂ ਦੀ ਸੰਗਤ ਦਾ ਚਾਅ ਆ ਜਾਂਦਾ ਹੈ। ਪਰ ਅਜੇ ਜੋ ਅੰਦਰਲਾ ਪਿਆਰ ਹੈ, ਵਾਹਿਗੁਰੂ ਮਿਲਣ ਦੀ ਤੜਫ ਹੈ, ਉਹ ਨਹੀਂ ਪੈਦਾ ਹੁੰਦੀ। ਪਰ ਜੋ ਪਿਛਲੇ ਚੰਗੇ ਕਰਮ ਹਨ ਉਹ ਸਾਡਾ ਸਾਥ ਦਿੰਦੇ ਹਨ ਕਿ ਸਾਨੂੰ ਗੁਰਦੁਆਰੇ ਜਾਣਾ, ਚੰਗੇ ਕਰਮ, ਪਰਮਾਤਮਾ ਦੇ ਨਾਮ ਕਰਨਾ, ਸਿਮਰਨ ਕਰਨਾ ਉਹ ਚੰਗਾ ਲੱਗਦਾ ਹੈ। ਅਸੀਂ ਉਸ ਵੱਲ ਨੂੰ ਜੁੜਦੇ ਹਾਂ। ਬਚਪਨ ਤੋਂ ਹੀ ਜਿੱਦਾਂ ਸਾਧੂਆਂ ਨਾਲ, ਸੰਤਾਂ ਨਾਲ ਪ੍ਰੀਤ ਪੈ ਜਾਂਦੀ ਹੈ, ਉਹਨਾਂ ਨਾਲ ਅਸੀਂ ਜੁੜਦੇ ਹਾਂ, ਉਹਨਾਂ ਦਾ ਧਿਆਨ ਧਰਦੇ ਹਾਂ, ਪਾਠ ਪੂਜਾ ਪੁੰਨ ਕਰਮ ਦਾਨ ਕਰਦੇ ਹਾਂ, ਉਧਰ ਨੂੰ ਸਾਡੀ ਨਿਸ਼ਚਾ ਲੱਗ ਜਾਂਦੀ ਹੈ। ਇਹ ਸਾਡੇ ਪਿਛਲੇ ਹੀ ਕਰਮ ਹਨ ਜੋ ਥੋੜੇ 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 ਕਰਕੇ ਜੁੜਦੇ ਨੇ। ਉਸ ਤੋਂ ਬਾਅਦ ਸਾਡਾ ਫਿਰ ਇਹੀ ਚੱਲਦਾ ਹੈ ਕਿ ਜਨਮ ਸਾਡਾ ਖਤਮ ਹੋ ਗਿਆ, ਅਗਰ ਵਿੱਚ ਹੀ ਰਹਿ ਗਿਆ ਸਾਡਾ, ਤਾਂ ਫਿਰ ਤੋਂ ਸਾਨੂੰ ਮਨੁੱਖਾ ਜਨਮ ਮਿਲਦਾ ਹੈ। ਉਸ ਵਿੱਚ ਕੀ ਹੁੰਦਾ ਹੈ, ਜਦੋਂ ਮਨੁੱਖਾ ਜਨਮ ਅਗਲਾ ਮਿਲਦਾ ਹੈ, ਸਾਡੇ ਮਨ ਵਿੱਚ ਆਉਂਦਾ ਹੈ ਕਿ ਅਸੀਂ ਗੁਰੂ ਧਾਰੀਏ। ਜਿਸ ਤਰ੍ਹਾਂ ਕੋਈ ਬੱਚੇ ਨੇ ਬਚਪਨ ਤੋਂ ਅੰਮ੍ਰਿਤ ਛਕਦੇ ਹਨ ਜਾਂ ਜਵਾਨੀ ਵਿੱਚ ਅੰਮ੍ਰਿਤ ਛਕਦੇ ਹਨ, ਪਰਮਾਤਮਾ ਵੱਲ ਨੂੰ ਤੁਰਦੇ, ਉਹ ਉਹਨਾਂ ਦਾ ਬੀਜ ਅੰਕੁਰ ਫੁੱਟਦਾ ਹੈ ਅੰਦਰੋਂ, ਕਿਉਂਕਿ ਪਿਛਲੇ ਜਨਮ ਤੋਂ ਪ੍ਰੇਰਦੇ ਹਨ, ਉਹ ਗੁਰੂ ਧਾਰਦੇ ਹਨ। ਗੁਰੂ ਧਾਰ ਕੇ ਮਹਾਪੁਰਸ਼ਾਂ ਦੀ ਮਿਹਰ ਹੁੰਦੀ ਹੈ, ਪਰਮਾਤਮਾ ਦੀ, ਵਾਹਿਗੁਰੂ ਦੀ ਮਿਹਰ ਹੁੰਦੀ ਹੈ, ਬਦੀਆਂ ਤੋਂ ਬਚ ਜਾਂਦਾ ਹੈ, ਮਾੜਾ ਬੀਜ ਨਹੀਂ ਬੀਜਦਾ, ਫਿਰ ਉਹ ਚੰਗੇ ਪਾਸੇ ਵੱਲ ਜਾਂਦਾ ਹੈ। ਸਤ ਸੰਗਤ ਵਿੱਚ ਜਾਣ ਨੂੰ ਬਚਪਨ ਤੋਂ ਹੀ ਮਨ ਕਰਦਾ ਹੈ। ਕਈ ਵਾਰ ਅਸੀਂ ਘਰਾਂ ਵਿੱਚ ਵੀ ਦੇਖਦੇ ਹਨ ਕਿ ਸਾਡੇ ਬੱਚੇ ਨੇ ਜੋ ਸਾਨੂੰ ਖੁਦ ਲੈ ਕੇ ਜਾਂਦੇ ਨੇ ਕਿ ਚਲੋ ਗੁਰਦੁਆਰਾ ਚਲੀਏ, ਸਾਨੂੰ ਲੈ ਕੇ ਜਾਓ। ਇਸ ਤਰ੍ਹਾਂ ਉਹਨਾਂ ਦੇ ਅੰਦਰ ਜਗਿਆਸਾ ਪੈਦਾ ਹੁੰਦੀ ਹੈ। ਇਸ ਤਰ੍ਹਾਂ ਕਰਦੇ ਕਰਦੇ ਜਦੋਂ ਇਹ ਵੀ ਜਨਮ ਨਿਕਲ ਗਿਆ, ਉਸ ਤੋਂ ਬਾਅਦ ਸਾਨੂੰ ਫਿਰ ਅਗਲਾ ਮਨੁੱਖਾ ਜਨਮ, ਅਗਰ ਸਾਡੀ ਅਜੇ ਵੀ ਗੱਲ ਨਹੀਂ ਬਣੀ, ਪਰਮਾਤਮਾ ਨਾਲ ਨਹੀਂ ਇਕਮਿਕ ਹੋਏ, ਤਾਂ ਸਾਨੂੰ ਅਗਲਾ ਜਨਮ ਫਿਰ ਮਨੁੱਖਾ ਜਨਮ ਮਿਲਦਾ ਹੈ। ਉਸ ਦੇ ਵਿੱਚ ਕੀ ਹੁੰਦਾ ਹੈ ਕਿ ਸਾਡੇ ਅੰਦਰ ਜਗਿਆਸਾ ਪੈਦਾ ਹੁੰਦੀ ਹੈ। ਮਹਾਪੁਰਸ਼ ਸਮਝਾਉਂਦੇ ਨੇ ਕਿ 10,000 ਬੰਦੇ ਮਗਰ ਇੱਕ ਜਗਿਆਸੂ ਪੈਦਾ ਹੁੰਦਾ ਹੈ। ਅਗਰ 10,000 ਬੰਦੇ ਨੇ ਅੰਮ੍ਰਿਤ ਛਕਿਆ ਹੈ ਨਾ ਸਾਧ ਸੰਗਤ ਜੀ, ਉਹਨਾਂ ਵਿੱਚੋਂ 5 ਕੁ ਬੰਦੇ ਨੇ ਜੋ ਜਾਨ ਨਾਲ, ਪ੍ਰਾਣ ਨਾਲ ਚੰਗੀ ਤਰ੍ਹਾਂ ਉਹ ਨਿਭਾਉਂਦੇ ਨੇ। ਇੱਥੇ ਇਸ ਤਰ੍ਹਾਂ ਧਰਮ ਦੀ ਪੌੜੀ ਦਾ ਡੰਡਾ ਮਿਲ ਗਿਆ ਉਹਨਾਂ ਨੂੰ, ਧਰਮ ਦੀ ਪੌੜੀ ਤੇ ਚੜ੍ਹਨਾ ਸ਼ੁਰੂ ਕਰ ਦਿੱਤਾ ਉਹਨਾਂ ਨੇ। ਪਹਿਲਾ ਕਿਆ ਹੁੰਦਾ ਹੈ, ਜਗਿਆਸੂ ਭੂਮਿਕਾ ਕੀ ਹੁੰਦੀ ਹੈ ਜਗਿਆਸੂ ਦੀ? ਪਹਿਲਾ ਕੀ ਹੈ, ਸੱਚ ਦੀ ਭੂਮਿਕਾ ਪਹਿਲੀ ਹੁੰਦੀ ਹੈ ਜਗਿਆਸੂ। ਫਿਰ ਉਸ ਤੋਂ ਬਾਅਦ ਕੀ ਹੁੰਦਾ ਹੈ, ਉਹ ਸਤਸੰਗੀ ਬਣ ਜਾਂਦਾ ਹੈ। ਦੂਜੀ ਭੂਮਿਕਾ ਆ ਜਾਂਦੀ ਹੈ, ਉਹ ਸਤਸੰਗੀ ਬਣਦਾ ਹੈ। ਫਿਰ ਤੀਸਰੀ ਭੂਮਿਕਾ ਵਿੱਚ ਉਹ ਸਿੱਖ ਬਣਦਾ ਹੈ। ਚੌਥੀ ਵਿੱਚ ਉਹ ਗੁਰਸਿੱਖ ਬਣਦਾ ਹੈ। ਗੁਰਸਿੱਖ ਬਣ ਕੇ ਜਦੋਂ ਉਸਦੀ ਪੰਜਵੀਂ ਭੂਮਿਕਾ, ਸੱਚ ਦੀ, ਜੋ ਧਰਮ ਦੀ ਭੂਮਿਕਾ ਹੈ, ਪੌੜੀ ਜਦੋਂ ਅਸੀਂ ਧਰਮ ਦੀ ਚੜ੍ਹਦੇ ਹਾਂ, ਤਾਂ ਫਿਰ ਉਹ ਸੰਤ ਕਹਿਲਾਉਂਦਾ ਹੈ। ਜਦੋਂ ਉਹ ਪਰਮਾਤਮਾ ਨਾਲ ਇਕਮਿਕ ਹੋ ਜਾਂਦੇ ਨੇ, ਫਿਰ ਉਸਦੀ 6ਵੀਂ ਭੂਮਿਕਾ ਬ੍ਰਹਮ ਗਿਆਨੀ। ਬ੍ਰਹਮ ਗਿਆਨੀ ਦੋ ਤਰ੍ਹਾਂ ਦੀ ਭੂਮਿਕਾ ਹੈ, ਇੱਕ ਬ੍ਰਹਮ ਗਿਆਨੀ, ਇੱਕ ਬ੍ਰਹਮ ਗਿਆਨੀ ਸੱਚ ਵਿੱਚ ਪ੍ਰਵੇਸ਼ ਕਰਨ ਵਾਲਾ ਬ੍ਰਹਮ ਗਿਆਨੀ। ਉਸ ਤੋਂ ਬਾਅਦ 8ਵੀਂ ਭੂਮਿਕਾ, ਜੋ ਭੂਮਿਕਾ ਹੈ ਉਹ ਤੁਰਿਆ ਪਦ ਹੈ, ਉਸਨੂੰ ਤੁਰਿਆ ਪਦ ਕਿਹਾ ਜਾਂਦਾ ਹੈ। ਇਸ ਤਰ੍ਹਾਂ ਇਹ 8 ਭੂਮਿਕਾਵਾਂ ਹਨ ਜੋ ਧਰਮ ਦੀ ਪੌੜੀ ਹੈ। ਜਦੋਂ ਪਹਿਲਾਂ ਮਨ ਵਿੱਚ ਜਗਿਆਸਾ ਪੈਦਾ ਹੋਣੀ ਚਾਹੀਦੀ ਹੈ, ਜਦੋਂ ਸਾਡੇ ਅੰਦਰ ਪਰਮਾਤਮਾ ਨੂੰ ਮਿਲਣ ਦੀ ਤਰਫ ਪੈਦਾ ਹੋ ਗਈ, ਜਗਿਆਸਾ ਪੈਦਾ ਹੋ ਗਈ, ਉਸ ਤੋਂ ਬਾਅਦ ਅਸੀਂ ਸੱਚ ਦੀ ਪੌੜੀ ਤੇ ਪੈਰ ਰੱਖ ਲਿਆ। ਇਸ ਤਰ੍ਹਾਂ ਸਾਧ ਸੰਗਤ ਜੀ ਹੌਲੀ ਹੌਲੀ ਚੜ੍ਹਦੇ 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 ਅਸੀਂ ਪਰਮਾਤਮਾ ਨਾਲ, ਉਸ ਵਾਹਿਗੁਰੂ ਨਾਲ ਇਕਮਿਕ ਹੋ ਜਾਂਦੇ ਹਾਂ।
ਸਾਧ ਸੰਗਤ ਜੀ, ਸਾਨੂੰ ਵੀ ਚਾਹੀਦਾ ਹੈ ਅਸੀਂ ਸਾਰੇ ਰਲ ਮਿਲ ਕੇ ਵਾਹਿਗੁਰੂ ਨਾਲ ਇਕਮਿਕ ਹੋਣ ਦੀ ਕੋਸ਼ਿਸ਼ ਕਰੀਏ, ਸਿਮਰਨ ਕਰੀਏ, ਦਾਨ ਪੁੰਨ ਕਰੀਏ, ਜਿਸ ਤਰ੍ਹਾਂ ਵੀ ਜਿਸ ਦਾ ਹੋ ਸਕਦਾ ਹੈ ਅਸੀਂ ਧਰਮ ਵੱਲ ਨੂੰ ਤੁਰਦੇ ਬਣੀਏ ਤਾਂ ਕਿ ਇਹ ਸਾਡਾ ਮਨੁੱਖਾ ਜਨਮ ਸਫਲਾ ਹੋ ਸਕੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ